ਇਹ ਕਹਾਣੀ ਇੱਕ ਛੋਟੇ ਜਿਹੇ ਲੜਕੇ ਦੀ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਇਨਸਾਨ ਬਣਨਾ ਚਾਹੁੰਦਾ ਸੀ। ਉਸ ਦਾ ਸੁਪਨਾ ਸੀ ਕਿ ਮੈਂ ਇਸ ਸ਼ਹਿਰ ਦਾ ਸਭ ਤੋਂ ਵੱਡਾ ਇਨਸਾਨ ਬਣਾ। ਹੌਲੀ ਹੌਲੀ ਉਹ ਵੱਡਾ ਹੋਇਆ, ਦਿਨ ਬੀਤਦੇ ਗਏ। ਉਸਨੇ ਇੱਕ ਕੰਪਨੀ ਖੋਲ੍ਹ ਦਿੱਤੀ। ਹੌਲੀ ਹੌਲੀ ਉਹ ਕੰਪਨੀ ਬਹੁਤ ਨਫੇ ਵਿੱਚ ਗਈ। ਕੁਝ ਕੁ ਮਹੀਨਿਆਂ ਵਿੱਚ ਉਸਨੇ ਬਹੁਤ ਨਫਾ ਕਮਾਇਆ ਅਤੇ ਕੁਝ ਹੀ ਸਾਲਾਂ ਵਿੱਚ ਉਹ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਪਰ ਕਹਿੰਦੇ ਹੁੰਦੇ ਆ ਨਾ ਕਿ ਹਰ ਕਾਮਯਾਬੀ ਤੋਂ ਬਾਅਦ ਇੱਕ ਫੇਲੀਅਰ ਤੈਅ ਹੁੰਦਾ ਹੈ। ਉੱਡਣ ਵਿੱਚ ਕੋਈ ਬੁਰਾਈ ਨਹੀਂ, ਤੁਸੀਂ ਵੀ ਉੱਡੋ, ਪਰ ਓਨਾ ਕੁ ਜਿੱਥੋਂ ਜ਼ਮੀਨ ਸਾਫ਼-ਸਾਫ਼ ਦਿਖਾਈ ਦੇਵੇ। ਹੌਲੀ ਹੌਲੀ ਉਹ ਕੰਪਨੀ ਬਹੁਤ ਘਾਟੇ ਵਿੱਚ ਆ ਗਈ ਅਤੇ ਕੁਝ ਸਮੇਂ ਤੋਂ ਬਾਅਦ ਉਸ ਨੂੰ ਉਹ ਕੰਪਨੀ ਬੰਦ ਕਰਨੀ ਪਈ। ਉਸ ਉੱਪਰ ਲੱਖਾਂ ਦਾ ਕਰਜ਼ ਆ ਗਿਆ ਅਤੇ ਉਸ ਦਾ ਦਿਮਾਗ ਪੂਰੀ ਤਰ੍ਹਾਂ ਡਿਪਰੈਸ਼ਨ ਵਿੱਚ ਚਲਿਆ ਗਿਆ। ਉਸਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਉਸ ਦੇ ਘਰ ਰੋਜ਼ ਕੋਈ ਨਾ ਕੋਈ ਆਉਂਦਾ ਅਤੇ ਆਪਣੇ ਕਰਜ਼ੇ ਦੀ ਮੰਗ ਕਰਦਾ। ਇਹ ਸਭ ਤੋਂ ਪਰੇਸ਼ਾਨ ਹੋ ਕੇ ਉਸਨੇ ਸੋਚ ਲਿਆ ਕਿ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੀ ਜੜ ਮੇਰੀ ਇਹ ਜ਼ਿੰਦਗੀ ਹੈ। ਜੇਕਰ ਮੈਂ ਇਸ ਨੂੰ ਹੀ ਖਤਮ ਕਰ ਦੇਵਾਂ ਤਾਂ ਮੇਰੀ ਸਾਰੀ ਪ੍ਰੋਬਲਮ ਖਤਮ ਹੋ ਜਾਵੇਗੀ। ਇਹ ਸੋਚ ਕੇ ਉਹ ਨੇੜੇ ਹੀ ਇੱਕ ਪਾਰਕ ਵਿੱਚ ਗਿਆ। ਉਹ ਪਾਰਕ ਵਿੱਚ ਬੈਠਾ ਰੋ ਰਿਹਾ ਸੀ ਤਾਂ ਫਿਰ ਇੱਕ ਬੁੱਢਾ ਇਨਸਾਨ ਆਇਆ ਅਤੇ ਆ ਕੇ ਉਸ ਦੇ ਕੋਲ ਬੈਠ ਗਿਆ ਅਤੇ ਉਸ ਨੂੰ ਪੁੱਛਣ ਲੱਗਿਆ ਕਿ ਤੂੰ ਰੋ ਕਿਉਂ ਰਿਹਾ ਹੈ? ਕੀ ਹੋਇਆ? ਕੀ ਤੈਨੂੰ ਕੋਈ ਪਰੇਸ਼ਾਨੀ ਹੈ? ਉਸ ਲੜਕੇ ਨੇ ਖਿਝ ਕੇ ਕਿਹਾ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਮੇਰੀ ਪਰੇਸ਼ਾਨੀ ਦੂਰ ਨਹੀਂ ਕਰ ਸਕਦੇ। ਜਾਓ ਇੱਥੋਂ, ਮੇਰਾ ਸਮਾਂ ਨਾ ਖਰਾਬ ਕਰੋ। ਬੁੱਢੇ ਆਦਮੀ ਨੇ ਫਿਰ ਤੋਂ ਪੁੱਛਿਆ ਕਿ ਕੋਈ ਤਾਂ ਸਮੱਸਿਆ ਹੈ, ਹੋ ਸਕਦਾ ਮੈਂ ਤੇਰੀ ਮਦਦ ਕਰ ਸਕਾਂ। ਤਾਂ ਉਸ ਲੜਕੇ ਨੇ ਕਿਹਾ, 10 ਲੱਖ ਰੁਪਏ ਚਾਹੀਦੇ ਮੈਨੂੰ, ਦੇ ਸਕਦੇ ਹੋ? ਉਸ ਬੁੱਢੇ ਆਦਮੀ ਨੇ ਮੁਸਕਰਾ ਕੇ ਆਪਣੀ ਜੇਬ ਵਿੱਚੋਂ ਇੱਕ ਚੈੱਕ ਕੱਢਿਆ ਅਤੇ ਉਸ ਉੱਪਰ 10 ਲੱਖ ਦੀ ਅਮਾਊਂਟ ਭਰ ਦਿੱਤੀ ਅਤੇ ਉਸ ਲੜਕੇ ਨੂੰ ਦੇ ਦਿੱਤਾ ਅਤੇ ਕਿਹਾ, ਇਹ ਲਓ 10 ਲੱਖ ਦਾ ਚੈੱਕ। ਉਸ ਲੜਕੇ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਸ ਲੜਕੇ ਨੇ ਉਸ ਆਦਮੀ ਤੋਂ ਪੁੱਛਿਆ ਕਿ ਕੌਣ ਹੋ ਤੁਸੀਂ? ਤਾਂ ਉਸ ਬੁੱਢੇ ਆਦਮੀ ਨੇ ਕਿਹਾ ਕਿ ਮੈਂ ਇਸ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਹਾਂ। ਉਹ ਲੜਕਾ ਖੁਸ਼ੀ ਨਾਲ ਝੂਮ ਉੱਠਿਆ ਅਤੇ ਉਹਨਾਂ ਦੋਨਾਂ ਨੇ ਫੈਸਲਾ ਵੀ ਕੀਤਾ ਕਿ 1 ਸਾਲ ਬਾਅਦ ਇੱਥੇ ਫਿਰ ਆਉਣਗੇ ਅਤੇ ਉਹ ਲੜਕਾ ਉਸ ਆਦਮੀ ਨੂੰ ਉਹ 10 ਲੱਖ ਰੁਪਏ ਵਾਪਸ ਕਰ ਦੇਵੇਗਾ। ਫਿਰ ਉਹ ਲੜਕਾ ਆਪਣੇ ਘਰ ਗਿਆ। ਉਸਨੇ ਉਸ ਚੈੱਕ ਨੂੰ ਆਪਣੀ ਜੇਬ ਵਿੱਚੋਂ ਕੱਢਿਆ ਅਤੇ ਉਸ ਚੈੱਕ ਨੂੰ ਵੇਖਣ ਲੱਗਿਆ ਅਤੇ ਅੰਦਰ ਹੀ ਅੰਦਰ ਸੋਚ ਰਿਹਾ ਸੀ ਕਿ ਇੱਕ ਇਹੋ ਜਿਹਾ ਇਨਸਾਨ ਜਿਸ ਨੂੰ ਅੱਜ ਤੱਕ ਮੈਂ ਮਿਲਿਆ ਵੀ ਨਹੀਂ, ਜਿਸ ਨੇ ਮੈਨੂੰ ਕਦੇ ਵੇਖਿਆ ਵੀ ਨਹੀਂ, ਜੋ ਮੈਨੂੰ ਜਾਣਦਾ ਤੱਕ ਨਹੀਂ, ਉਸ ਇਨਸਾਨ ਨੇ ਮੇਰੇ 'ਤੇ ਭਰੋਸਾ ਕਰਕੇ 10 ਲੱਖ ਦਾ ਚੈੱਕ ਦੇ ਦਿੱਤਾ। ਅਤੇ ਉਹ ਇਨਸਾਨ ਜੋ ਮੈਨੂੰ ਨਾ ਜਾਣਦਾ ਹੋਇਆ ਵੀ ਮੇਰੇ 'ਤੇ ਭਰੋਸਾ ਕਰ ਸਕਦਾ ਹੈ, ਤਾਂ ਮੈਂ ਆਪਣੇ ਆਪ ਨੂੰ ਜਾਣਨ ਦੇ ਬਾਵਜੂਦ ਆਪਣੇ ਆਪ 'ਤੇ ਵਿਸ਼ਵਾਸ ਕਿਉਂ ਨਹੀਂ ਕਰ ਸਕਦਾ? ਉਸ ਲੜਕੇ ਨੇ ਉਸ ਚੈੱਕ ਨੂੰ ਸਾਂਭ ਦਿੱਤਾ ਅਤੇ ਸੋਚ ਲਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਾਂਗਾ ਆਪਣੇ ਦਮ 'ਤੇ ਕਰਾਂਗਾ। ਇਸ ਚੈੱਕ ਦੀ ਵਰਤੋਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਤੇ ਨਹੀਂ ਕਰਾਂਗਾ। ਅਤੇ ਪੂਰੇ ਵਿਸ਼ਵਾਸ ਅਤੇ ਹਿੰਮਤ ਦੇ ਨਾਲ ਉਸਨੇ ਫਿਰ ਤੋਂ ਕੰਮ ਸ਼ੁਰੂ ਕੀਤਾ। ਫਿਰ ਤੋਂ ਕੰਮ ਕਰਨ ਲੱਗਾ, ਲਗਾਤਾਰ ਮਿਹਨਤ ਕੀਤੀ ਅਤੇ ਮਿਹਨਤ ਨੇ ਫਿਰ ਰੰਗ ਲਿਆਂਦਾ। ਉਸ ਲੜਕੇ ਨੇ ਫਿਰ ਤੋਂ ਇੱਕ ਕੰਪਨੀ ਖੜੀ ਕਰ ਦਿੱਤੀ ਅਤੇ ਫਿਰ ਤੋਂ ਉਸ ਕੰਪਨੀ ਨੂੰ ਸ਼ਹਿਰ 'ਚ ਸਭ ਤੋਂ ਵੱਡੀ ਕੰਪਨੀ ਬਣਾ ਦਿੱਤਾ। 1 ਸਾਲ ਲੰਘਿਆ। ਦੋਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਉਹ ਦੋਨੋਂ 1 ਸਾਲ ਬਾਅਦ ਉਸ ਪਾਰਕ ਵਿੱਚ ਆਉਣਗੇ। ਉਹ ਲੜਕਾ ਉਸ ਪਾਰਕ ਵਿੱਚ ਬੈਠਾ ਉਸ ਬੁੱਢੇ ਆਦਮੀ ਦਾ ਇੰਤਜ਼ਾਰ ਕਰ ਰਿਹਾ ਸੀ। 2 ਘੰਟੇ ਲੰਘੇ, 4 ਘੰਟੇ ਲੰਘੇ ਅਤੇ ਕੁਝ ਦੇਰ ਬਾਅਦ ਉਹ ਬੁੱਢਾ ਆਦਮੀ ਉਸ ਲੜਕੇ ਨੂੰ ਦੂਰੋਂ ਆਉਂਦਾ ਦਿਸਿਆ ਅਤੇ ਜਿਵੇਂ ਜਿਵੇਂ ਉਹ ਕੋਲ ਆਇਆ, ਉਹ ਲੜਕਾ ਹੋਰ ਐਕਸਾਈਟਡ ਹੋ ਗਿਆ ਇਹ ਦੱਸਣ ਲਈ ਕਿ ਮੈਂ ਇਸ ਚੈੱਕ ਦੀ ਵਰਤੋਂ ਨਹੀਂ ਕੀਤੀ, ਉਸ ਦੇ ਬਾਵਜੂਦ ਮੈਂ ਬਹੁਤ ਵੱਡੀ ਕੰਪਨੀ ਖੜੀ ਕਰ ਦਿੱਤੀ। ਅਤੇ ਜਿਵੇਂ ਹੀ ਉਹ ਬੁੱਢਾ ਆਦਮੀ ਕੋਲ ਆਇਆ ਤਾਂ ਕੁਝ ਬੰਦਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਫੜ ਕੇ ਇੱਕ ਐਂਬੂਲੈਂਸ ਵਿੱਚ ਬਿਠਾ ਦਿੱਤਾ। ਉਹ ਲੜਕਾ ਰੌਲਾ ਪਾਉਣ ਲੱਗਿਆ, ਉਹ ਸੁਣੋ, ਇਸ ਨੂੰ ਕਿੱਥੇ ਲੈ ਕੇ ਜਾ ਰਹੇ ਹੋ? ਇਹ ਤਾਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਹੈ,
ਤਾਂ ਐਂਬੂਲੈਂਸ ਵਿੱਚ ਬੈਠਾ ਇੱਕ ਵਿਅਕਤੀ ਬੋਲਿਆ ਕਿ ਇਹ ਕੋਈ ਅਮੀਰ ਆਦਮੀ ਨਹੀਂ ਹੈ, ਇਹ ਇੱਕ ਪਾਗਲ ਹੈ ਜੋ ਲੋਕਾਂ ਨੂੰ ਸਿਰਫ ਚੈੱਕ ਵੰਡਦਾ ਰਹਿੰਦਾ ਹੈ। ਕਿ ਤੈਨੂੰ ਵੀ ਇਸਨੇ ਕੋਈ ਚੈੱਕ ਦਿੱਤਾ ਹੈ? ਤੇ ਲੜਕਾ ਬੋਲਿਆ ਹਾਂ। ਤਾਂ ਉਹ ਆਦਮੀ ਬੋਲਿਆ ਕਿ ਇਹ ਸਿਰਫ ਚੈੱਕ ਦਿੰਦਾ, ਅਮਾਊਂਟ ਭਰ ਦਿੰਦਾ, ਪਰ ਉਹ ਇੱਕ ਨਕਲੀ ਚੈੱਕ ਹੈ। ਇਹ ਸੁਣਨ ਤੋਂ ਬਾਅਦ ਉਸ ਲੜਕੇ ਦੇ ਰੌਂਗਟੇ ਖੜੇ ਹੋ ਗਏ। ਉਸ ਨੂੰ ਅੰਦਰ ਹੀ ਅੰਦਰ ਕੁਝ ਹੋ ਰਿਹਾ ਸੀ। ਉਸ ਦਿਨ ਉਸ ਨੂੰ ਪਤਾ ਲੱਗ ਗਿਆ ਕਿ ਆਪਣੇ ਆਪ 'ਤੇ ਵਿਸ਼ਵਾਸ ਕਰਨ ਦੀ ਕੀ ਤਾਕਤ ਹੁੰਦੀ ਹੈ। ਤੁਸੀਂ ਵੀ ਸਮਝ ਗਏ ਹੋਵੋਗੇ ਕਿ ਇਸ ਕਹਾਣੀ ਦੇ ਜ਼ਰੀਏ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਸੀ। ਬਲੀਵ ਇਨ ਯੂਅਰਸੈਲਫ। ਯਕੀਨ ਕਰ ਲਵੋਗੇ ਤਾਂ ਦੁਨੀਆ ਤੁਹਾਡੀ। ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ ਤੇ ਹਮੇਸ਼ਾ ਖੁਸ਼ ਰਹੋ। ਧੰਨਵਾਦ।